Good morning students today's our topic is what is agriculture diversification। ਇਹ ਤੁਹਾਡਾ ਲਾਸਟ ਟੌਪਿਕ ਹੈ ਚੈਪਟਰ ਦਾ। ਆਪਾਂ 6th ਚੈਪਟਰ ਕਰ ਰਹੇ ਸੀਗੇ, ਠੀਕ ਹੈ, ਐਗਰੀਕਲਚਰ ਮਾਰਕੀਟਿੰਗ ਇਨ ਇੰਡੀਆ ਦੇ ਵਿੱਚ। ਡਿਵਰਸੀਫਿਕੇਸ਼ਨ ਦਾ ਮਤਲਬ ਕੀ ਹੁੰਦਾ ਵੈ? ਦੇਖੋ ਪਹਿਲਾਂ ਕੀ ਹੁੰਦਾ ਸੀਗਾ, ਪਹਿਲਾਂ ਐਗਰੀਕਲਚਰ ਦੇ ਪਹਿਲਾਂ ਆਪਣੇ ਕੀ ਹੈ ਆਪਣੇ ਲੋਕਾਂ ਦਾ ਮੁੱਖ ਕਿੱਤਾ ਕੀ ਹੈ? ਖੇਤੀਬਾੜੀ। ਆਪਾਂ ਪੂਰੀ ਤਰ੍ਹਾਂ ਐਗਰੀਕਲਚਰ 'ਤੇ ਡਿਪੈਂਡ ਕਰਦੇ ਸੀਗੇ ਅਤੇ ਐਗਰੀਕਲਚਰ ਦੀ ਜਿਹੜੀ ਹੈਗੀ ਸੀਗੀ ਕ੍ਰੋਪਸ ਉਹ ਕਿਹਦੇ 'ਤੇ ਡਿਪੈਂਡ ਕਰਦੀਆਂ ਸੀ? ਰੇਨ 'ਤੇ, ਮੌਨਸੂਨ 'ਤੇ। ਜੇਕਰ ਅੱਛੀ ਬਾਰਿਸ਼ ਹੋ ਗਈ ਫਿਰ ਤਾਂ ਠੀਕ ਹੈ, ਪ੍ਰੋਡਕਸ਼ਨ ਬਹੁਤ ਅੱਛੀ ਹੋ ਜਾਏਗੀ। ਅਦਰਵਾਈਜ਼ ਉਲਟ ਇਨ ਕੇਸ ਕੀ ਹੋ ਗਿਆ, ਜੇਕਰ ਕਦੇ ਖੜੀ ਫਸਲ ਹੋ ਗਈ ਹੈ ਨਾ, ਤਿਆਰ ਫਸਲ ਹੈ, ਲੇਕਿਨ ਬਾਰਿਸ਼ ਇੱਕਦਮ ਹੋ ਜੇ ਤਾਂ ਕਿਸਾਨ ਦੀ ਤਾਂ ਇਨਕਮ ਦਾ ਪੂਰਾ ਸੋਰਸਿਸ ਕੀ ਹੈ? ਖਤਮ ਹੋ ਜਾਏਗਾ ਨਾ, ਕਿਉਂਕਿ ਉਹ ਤਾਂ ਰੇਨ 'ਤੇ ਡਿਪੈਂਡ ਕਰਦੇ ਸੀਗੇ। ਤਾਂ ਇਸ ਤਰ੍ਹਾਂ ਕੀ ਹੁੰਦਾ ਸੀਗਾ ਕਿ ਹੌਲੀ ਹੌਲੀ ਇਹ ਜ਼ਰੂਰਤ ਮਹਿਸੂਸ ਕੀਤੀ ਜਾਣ ਲੱਗੀ ਕਿ ਆਪਾਂ ਇਨਕਮ ਦਾ ਸੋਰਸਿਸ ਸਿਰਫ ਆਪਾਂ ਇੱਕ ਹੀ ਚੀਜ਼ 'ਤੇ ਡਿਪੈਂਡ ਨਾ ਰਹਿ ਕੇ ਆਪਾਂ ਕੋਈ ਹੋਰ ਸੋਰਸਿਸ ਵੀ ਲਈਏ ਇਨਕਮ ਦਾ, ਕਿ ਜਾਣੇ ਕਿ ਆਪਾਂ ਐਗਰੀਕਲਚਰ ਦਾ ਕੀ ਕਰ ਦਈਏ? ਡਿਵਰਸੀਫਿਕੇਸ਼ਨ ਕਰ ਦਈਏ। ਡਿਵਰਸੀਫਿਕੇਸ਼ਨ ਮਤਲਬ ਫੈਲਾਣਾ, ਜਾਣੀ ਕਿ ਐਗਰੀਕਲਚਰ ਨੂੰ ਆਪਾਂ ਦੋ ਪਾਰਟਸ ਦੇ ਵਿੱਚ ਡਿਵਾਈਡ ਕਰ ਦਈਏ। ਦੋ ਪਾਰਟਸ ਦੇ ਡਿਵਾਈਡ ਦਾ ਮਤਲਬ ਇੱਕ ਪਾਰਟ ਕਿਹੜਾ ਹੋ ਜਾਏਗਾ? ਫਾਰਮਿੰਗ ਐਗਰੀਕਲਚਰ। ਦੂਸਰਾ ਪਾਰਟ ਕੀ ਹੋ ਜਾਏਗਾ? ਨੋਨ ਫਾਰਮਿੰਗ ਐਗਰੀਕਲਚਰ। ਜਾਣੇ ਕਿ ਆਪਣੀ ਇਨਕਮ ਦੇ ਦੋ ਸੋਰਸਿਸ ਹੋ ਜਾਣਗੇ, ਇੱਕ ਹੋ ਜਾਏਗੀ ਇਨਕਮ ਫਰੋਮ ਐਗਰੀਕਲਚਰ ਤੋਂ, ਇੱਕ ਹੋ ਜਾਏਗੀ ਅਦਰ ਫੈਕਟਰਸ ਜਿਹੜੇ ਫੋਰ ਇਨਕਮ, ਸੋਰਸਿਸ ਆਫ ਇਨਕਮ। ਜਾਣੀ ਕਿ ਹੁਣ ਜਿਵੇਂ ਦੇਖੋ ਆਪਣੇ ਪਰਿਵਾਰ ਦੇ ਵਿੱਚ ਵੀ ਹੈ, ਆਪਾਂ ਕੋਈ ਇਨਕਮ 'ਤੇ ਹੈ ਅੱਜ ਦੇ ਟਾਈਮ ਦੇ ਵਿੱਚ, ਅੱਜ ਆਪਣੀ ਡਿਮਾਂਡਸ ਇੰਨੀਆਂ ਨੇ, ਆਪਾਂ ਸਿਰਫ ਆਪਣੀ ਇਨਕਮ ਦੇ ਲਈ ਕਿਸੇ ਇੱਕ ਚੀਜ਼ 'ਤੇ ਡਿਪੈਂਡ ਤਾਂ ਨਹੀਂ ਨਾ ਕਰਦੇ। ਸਪੋਜ਼ ਆਪਾਂ ਸ਼ੋਪਕੀਪਰ ਹੈ ਨਾ, ਆਪਾਂ ਆਪਣੀ ਇਨਕਮ ਸਿਰਫ ਸ਼ੋਪ 'ਤੇ ਡਿਪੈਂਡ ਨਹੀਂ ਕਰਾਂਗੇ। ਜੇ ਇਸ ਮਹੀਨੇ ਆਪਣਾ ਬਿਜ਼ਨਸ ਅੱਛਾ ਨਾ ਚੱਲਿਆ ਹੈ ਨਾ, ਆਪਣਾ ਤਾਂ ਸਾਰਾ ਕੁਛ ਉਲਟ ਪੁਲਟ ਹੋ ਜਾਏਗਾ, ਸਾਰਾ ਖਰਚਾ ਵੀ ਹੈ ਨਾ, ਕਿ ਕਿੱਥੋਂ ਕਰਾਂਗੇ ਖਰਚਾ? ਤਾਂ ਆਪਾਂ ਕੀ ਕਰਦੇ ਹਾਂ, ਆਪਾਂ ਕੋਈ ਠੇਕੇ 'ਤੇ ਕੋਈ ਜਗ੍ਹਾ ਦਿੱਤੀ ਹੁੰਦੀ ਹੈ, ਕਿਸੇ ਨੂੰ ਕੋਈ ਆਪਾਂ ਦੁਕਾਨ ਕੋਈ ਰੈਂਟ 'ਤੇ ਦੇ ਦਿੰਦਾ, ਕੋਈ ਸੇਵਿੰਗਸ ਅਕਾਊਂਟ ਖੁਲਾਉਂਦਾ, ਕੋਈ FD ਕਰਵਾਉਂਦਾ ਵੈ, ਕੋਈ ਆਪਾਂ ਬੈਂਕ ਦੇ ਵਿੱਚ ਆਪਣੇ ਕੀ ਹੈ ਕਾਪੀਸ ਵਗੈਰਾ ਖੁਲਵਾ ਦਿੰਦੇ ਹਾਂ। ਜਾਣੀ ਕਿ ਆਪਣੀ ਇਨਕਮ ਦਾ ਸਿਰਫ ਇੱਕ ਸੋਰਸਿਸ ਨਹੀਂ ਹੈਗਾ। ਇਹ ਕਾਹਦੇ ਵਾਸਤੇ ਹੁੰਦਾ ਹੈ ਕਿ ਰਿਸਕ ਕਵਰ ਕਰਨ ਦੇ ਲਈ, ਕਿ ਜੇ ਕਿਸੇ ਟਾਈਮ ਆਪਾਂ ਨੂੰ ਬਿਜ਼ਨਸ ਦੇ ਵਿੱਚ ਲੋਸ ਹੋ ਜੇ ਤਾਂ ਆਪਣਾ ਕੋਈ ਦੂਸਰਾ ਸੋਰਸਿਸ ਹੈਗਾ ਇਨਕਮ ਦਾ। ਇਸ ਲਈ ਐਗਰੀਕਲਚਰ ਦੇ ਵਿੱਚ ਵੀ ਇਹੀ ਚੀਜ਼ ਸੋਚੀ ਗਈ ਕਿ ਜੇਕਰ ਕਿਸੇ ਟਾਈਮ ਕਿਸਾਨ ਦੀ ਜੇ ਫਸਲ ਖਰਾਬ ਹੋ ਜਾਏਗੀ ਤਾਂ ਉਹਦੇ ਕੋਲ ਆਪਣੀ ਇਨਕਮ ਦਾ ਦੂਸਰਾ ਸੋਰਸਿਸ ਵੀ ਤਾਂ ਹੋਣਾ ਚਾਹੀਦਾ ਨਾ, ਜਿਹਦੇ ਤੋਂ ਉਹ ਇਨ ਕੇਸ ਫਿਊਚਰ ਦੇ ਵਿੱਚ ਜੇ ਆਪਣੀ ਪ੍ਰੋਡਕਸ਼ਨ ਸਹੀ ਨਹੀਂ ਹੁੰਦੀ ਐਗਰੀਕਲਚਰ ਦੀ, ਜੇ ਆਪਣੀ, ਕਿਉਂਕਿ ਨੈਚੁਰਲ ਹੈ ਸਾਰੀ ਐਗਰੀਕਲਚਰ ਜਿਹੜੀ ਹੈਗੀ ਹੈ, ਤਾਂ ਪ੍ਰੋਡਕਸ਼ਨ ਸਾਰੀ ਨੈਚੁਰਲ ਹੈ, ਜੇ ਖਰਾਬ ਹੋ ਜਾਏਗੀ ਤਾਂ ਆਪਾਂ ਉਹਨਾਂ ਕੋਲ ਦੂਸਰਾ ਸੋਰਸਿਸ ਹੋਣਾ ਚਾਹੀਦਾ ਇਨਕਮ ਦਾ। ਤਾਂ ਕਰਕੇ ਜ਼ਰੂਰਤ ਪਈ ਸੀ ਐਗਰੀਕਲਚਰ ਡਿਵਰਸੀਫਿਕੇਸ਼ਨ ਦੀ। ਸਮਝ ਗਏ? ਹੁਣ ਸਮਝ ਰਹੇ ਐਗਰੀਕਲਚਰ ਡਿਵਰਸੀਫਿਕੇਸ਼ਨ ਦਾ ਮਤਲਬ ਕਿ ਸਿਰਫ ਐਗਰੀਕਲਚਰ 'ਤੇ ਡਿਪੈਂਡ ਨਾ ਰਹਿ ਕੇ ਆਪਣੇ ਕੋਲ ਦੂਸਰਾ ਸੋਰਸਿਸ ਵੀ ਹੋਣਾ ਚਾਹੀਦਾ ਵੈ ਆਪਣੀ ਇਨਕਮ ਦਾ। ਐਗਰੀਕਲਚਰ ਡਿਵਰਸੀਫਿਕੇਸ਼ਨ ਇਜ਼ ਵਨ ਆਫ ਦਾ ਐਸੈਂਸ਼ੀਅਲ ਕੰਪੋਨੈਂਟ ਆਫ ਇਕਨੋਮਿਕ ਗਰੋਥ। ਅਤੇ ਇਹ ਆਪਣੀ ਇਕਨੋਮਿਕ ਗਰੋਥ ਦੇ ਲਈ ਜ਼ਰੂਰੀ ਸੀਗਾ ਕਿ ਆਪਾਂ ਐਗਰੀਕਲਚਰ ਦਾ ਕੀ ਕਰੀਏ? ਡਿਵਰਸੀਫਿਕੇਸ਼ਨ ਕਰੀਏ। ਇਟ ਇਜ਼ ਅ ਸਟੇਜ, ਇਹ ਉਹ ਸਟੇਜ ਸੀ ਵੇਅਰ ਟ੍ਰੈਡੀਸ਼ਨਲ ਐਗਰੀਕਲਚਰ ਇਜ਼ ਟਰਾਂਸਫੋਰਡ, ਜਿਹਦੇ ਵਿੱਚ ਟ੍ਰੈਡੀਸ਼ਨਲ ਐਗਰੀਕਲਚਰ ਦੀ ਆਪਾਂ ਕਰਦੇ ਸੀ। ਹੁਣ ਜਿਹੜੀ ਆਪਾਂ ਐਗਰੀਕਲਚਰ ਇਹ ਵੀ ਸੋਚਿਆ ਗਿਆ ਕਿ ਸਿਰਫ ਆਪਾਂ ਆਪਣੀ ਲਾਈਵ ਸਟਾਕਸ ਵਾਸਤੇ, ਆਪਾਂ ਜਿੰਦਾ ਰਹਿਣ ਵਾਸਤੇ ਸਿਰਫ ਫੂਡ ਕ੍ਰੌਪਸ ਹੀ ਨਾ ਪ੍ਰੋਡਿਊਸ ਕਰੀਏ, ਕਮਰਸ਼ੀਅਲ ਕ੍ਰੌਪਸ ਵੀ ਕੀ ਆਪਾਂ ਪ੍ਰੋਡਿਊਸ ਕਰੀਏ। ਤਾਂ ਉਹਨੂੰ ਆਪਾਂ ਟ੍ਰਾਂਸਫਰ ਕੀਤਾ ਸੀ ਇਨਟੂ ਡਾਇਨਾਮਿਕ ਐਂਡ ਕਮਰਸ਼ੀਅਲ ਸੈਕਟਰਸ, ਠੀਕ ਹੈ, ਬਾਈ ਸ਼ਿਫਟਿੰਗ ਦਾ ਟ੍ਰੈਡੀਸ਼ਨਲ ਐਗਰੀਕਲਚਰ ਪ੍ਰੋਡਕਟ ਮਿਕਸ ਟੂ ਹਾਈ ਸਟੈਂਡਰਡ ਪ੍ਰੋਡਕਟ, ਤਾਂ ਜੋ ਅਸੀਂ ਹਾਈ ਸਟੈਂਡਰਡ ਆਪਣੇ ਸਟੈਂਡਰਡ ਨੂੰ ਵੀ ਮੇਨਟੇਨ ਕਰ ਸਕੀਏ। ਅਸੀਂ ਸਿਰਫ ਟ੍ਰੈਡੀਸ਼ਨਲ ਐਗਰੀਕਲਚਰ ਹੀ ਨਾ ਕਰੀਏ, ਅਸੀਂ ਸਿਰਫ ਆਪਣੇ ਜਿੰਦਾ ਰਹਿਣ ਲਈ ਜ਼ਰੂਰਤ ਦੀਆਂ ਚੀਜ਼ਾਂ ਨੂੰ ਛੱਡ ਕੇ ਦੂਸਰੀਆਂ ਕ੍ਰੌਪਸ ਵੀ ਕੀ ਹੈ ਪ੍ਰੋਡਿਊਸ ਕਰੀਏ। ਤਾਂ ਐਗਰੀਕਲਚਰ ਡਿਵਰਸੀਫਿਕੇਸ਼ਨ ਸਪੋਰਟਸ ਕਰਦਾ ਵੈ। ਇਹਦੇ ਨਾਲ ਕੀ ਹੈ? ਟੈਕਨੋਲੋਜੀ ਚੇਂਜ ਹੁੰਦੀ ਹੈ, ਕੰਜ਼ੂਮਰ ਦੇ ਡਿਮਾਂਡ ਚੇਂਜ ਹੋਣਗੀਆਂ, ਟਰੇਡ ਕਰ ਸਕਾਂਗੇ ਆਪਾਂ ਆਪਣੇ ਦੂਸਰੇ ਦੇਸ਼ ਦੇ ਨਾਲ, ਗਵਰਨਮੈਂਟ ਪੋਲਿਸੀਜ਼ ਚੇਂਜ ਹੋਣਗੀਆਂ। ਇਹਦੇ ਨਾਲ ਕੀ ਹੈ? ਟਰਾਂਸਪੋਰਟੇਸ਼ਨ ਵੀ ਇਨਕਰੀਜ਼ ਹੋਏਗਾ, ਇਰੀਗੇਸ਼ਨ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾਣਗੀਆਂ ਐਂਡ ਅਦਰ ਇਨਫਰਾਸਟਰਕਚਰ ਡਿਵੈਲਪਮੈਂਟ। ਤਾਂ ਇਹਦੇ ਨਾਲ ਕੀ ਹੋਏਗਾ? ਜੇਕਰ ਆਪਾਂ ਐਗਰੀਕਲਚਰ ਡਿਵਰਸੀਫਿਕੇਸ਼ਨ ਕਰਾਂਗੇ, ਆਪਾਂ ਸਿਰਫ ਐਗਰੀਕਲਚਰ 'ਤੇ ਡਿਪੈਂਡ ਨਾ ਰਹਿ ਕੇ, ਹੁਣ ਆਪਣੇ ਕੋਲ ਅਨਇੰਪਲਾਇਮੈਂਟ ਬਹੁਤ ਜ਼ਿਆਦਾ ਵੈ, ਜੇ ਆਪਾਂ ਉਹਨਾਂ ਨੂੰ ਦੂਸਰੇ ਨੋਨ ਪ੍ਰੋਡਕਟਿਵ ਕੰਮਾਂ ਦੇ ਵਿੱਚ ਵੀ ਲਗਾ ਦਈਏ ਤਾਂ ਉਹਦੇ ਨਾਲ ਕੀ ਹੋਏਗਾ? ਆਪਣੀ ਟੈਕਨੋਲੋਜੀ ਚੇਂਜ ਹੋਏਗੀ, ਕੰਜ਼ੂਮਰ ਦੇ ਡਿਮਾਂਡਸ ਵੀ ਵਧਣਗੀਆਂ। ਹੁਣ ਸਿਰਫ ਆਪਾਂ ਐਗਰੀਕਲਚਰ ਵਾਲੀ ਸਿਰਫ ਫੂਡ ਗ੍ਰੇਨਸ ਹੀ ਨਹੀਂ ਪ੍ਰੋਡਿਊਸ ਕਰ ਰਹੇ, ਆਪਾਂ ਕਮਰਸ਼ੀਅਲ ਕ੍ਰੌਪਸ ਵੀ ਕਰ ਰਹੇ ਹਾਂ, ਆਪਾਂ ਸਟੈਂਡਰਡ ਆਫ ਲਿਵਿੰਗ ਨੂੰ ਮੇਨਟੇਨ ਕਰਨ ਦੇ ਲਈ ਦੂਸਰੇ ਗੁੱਡਸ ਵੀ ਪ੍ਰੋਡਿਊਸ ਕਰ ਰਹੇ ਹਾਂ। ਤਾਂ ਕੰਜ਼ੂਮਰ ਦੀ ਡਿਮਾਂਡ ਵੀ ਇਨਕਰੀਜ਼ ਹੋਏਗੀ, ਗਵਰਨਮੈਂਟ ਪੋਲਿਸੀਜ਼ ਚੇਂਜ ਹੋਣਗੀਆਂ, ਟਰਾਂਸਪੋਰਟੇਸ਼ਨ ਦੀ ਫੈਸਿਲਿਟੀਜ਼ ਮਿਲੇਗੀ, ਕਿਉਂਕਿ ਉਹਦੇ ਨਾਲ ਇੰਡਸਟਰੀਜ਼ ਵੀ ਡਿਵੈਲਪ ਹੋਣਗੀਆਂ ਨਾ। ਤਾਂ ਇਰੀਗੇਸ਼ਨ ਫੈਸਿਲਿਟੀਜ਼ ਜੇ ਪ੍ਰੋਪਰ ਪ੍ਰੋਵਾਈਡ ਕੀਤੀ ਜਾਏਗੀ ਤਾਂ ਆਪਾਂ ਐਗਰੀਕਲਚਰ ਦੀ ਪ੍ਰੋਡਕਸ਼ਨ ਨੂੰ ਵੀ ਹੋਰ ਜ਼ਿਆਦਾ ਵਧਾ ਸਕਦੇ, ਵੀ ਸਿਰਫ ਰੇਨ 'ਤੇ ਹੀ ਡਿਪੈਂਡ ਨਹੀਂ ਰਵਾਂਗੇ ਆਪਾਂ। ਇਹ ਤਾਂ ਹੀ ਹੋਏਗਾ ਜੇਕਰ ਆਪਾਂ ਨੋਨ ਪ੍ਰੋਡਕਟਿਵ ਸੈਕਟਰਸ ਦੇ ਵੱਲ ਵੀ ਕੀ ਹੈ ਧਿਆਨ ਦੇਈਏ। ਕਲੀਅਰ? ਹਾਂਜੀ। ਟੂ ਐਕਸੈਪਟ ਆਫ ਡਿਵਰਸੀਫਿਕੇਸ਼ਨ ਦੇ ਦੋ ਐਸਪੈਕਟਸ ਨੇ। ਟੂ ਦੀ ਚੇਂਜ ਇਨ ਦਾ ਕ੍ਰੋਪਿੰਗ ਪੈਟਰਨ ਨੂੰ ਚੇਂਜ ਕਰ ਦਿੱਤਾ ਜਾਵੇ, ਕਿ ਹੁਣ ਸਿਰਫ ਕੀ ਹੈ ਫੂਡ ਗ੍ਰੇਨ ਤੋਂ ਇਲਾਵਾ ਕਮਰਸ਼ੀਅਲ ਕ੍ਰੌਪਸ ਵੱਲ ਵੀ ਧਿਆਨ ਦਿੱਤਾ ਜਾਵੇ। ਦੀ ਟਰਾਂਸਫਰਮੇਸ਼ਨ ਆਫ ਦਾ ਮੈਨ ਪਾਵਰ ਨੂੰ ਕੀ ਐਗਰੀਕਲਚਰ ਤੋਂ ਸ਼ਿਫਟ ਕਰਕੇ ਦੂਸਰੇ ਕੰਮਾਂ ਦੇ ਵਿੱਚ ਵੀ, ਦੂਸਰੀ ਐਕਟੀਵਿਟੀਜ਼ ਦੇ ਵਿੱਚ ਵੀ ਲਗਾਇਆ ਜਾਵੇ, ਲਾਈਕ ਪੋਲਟਰੀ, ਲਾਈਵ ਸਟਾਕ, ਫਿਸ਼ਰੀ ਐਕਸੈਟਰਾ ਐਂਡ ਨੋਨ ਐਗਰੀਕਲਚਰ ਸੈਕਟਰਸ। ਇਹ ਕਹੇंगे ਨੋਨ ਐਗਰੀਕਲਚਰ ਸੈਕਟਰਸ।
For rural peoples, diversification or focusing on associate activity is important as it gives them an opportunity to earn extra income and overcome ਪ੍ਰੋਪਰਟੀ। ਤਾਂ ਇਹਦੇ ਨਾਲ ਕੀ ਹੋਏਗਾ, ਜੇ ਆਪਾਂ ਡਿਵਰਸੀਫਿਕੇਸ਼ਨ ਨੂੰ ਫੋਰਸ ਕਰਾਂਗੇ ਤਾਂ ਆਪਾਂ ਦੂਸਰੇ ਐਕਟੀਵਿਟੀਜ਼ 'ਤੇ ਧਿਆਨ ਦੇਵਾਂਗੇ ਤਾਂ ਇਹਦੇ ਨਾਲ ਆਪਾਂ ਨੂੰ ਐਕਸਟਰਾ ਇਨਕਮ ਵੀ ਜਨਰੇਟ ਹੋਏਗੀ ਫਾਰਮਰਸ ਨੂੰ, ਅਤੇ ਜਿਹੜੀ ਪਾਵਰਟੀ ਆ ਉਹ ਵੀ ਕੀ ਹੋ ਜਾਏਗੀ, ਰਿਮੂਵ ਹੋ ਜਾਏਗੀ। ਅੱਗੇ ਤੁਹਾਡਾ ਆ ਗਿਆ ਪੋਲਟਰੀ ਐਂਡ ਲਾਈਵ ਸਟੋਕਸ। ਕੀ ਹੁਣ ਇਹਦੇ ਲਈ ਕੀ ਕਰ ਸਕਦੇ ਆ, ਪੋਲਟਰੀ ਐਂਡ ਲਾਈਵ ਸਟੋਕਸ ਦੇ ਵਿੱਚ ਐਨੀਮਲ ਹਸਬੈਂਡਰੀ ਮਤਲਬ ਹਸਬੈਂਡ ਵਾਲਾ ਨਹੀਂ, ਹਸਬੈਂਡਰੀ ਮਤਲਬ ਐਨੀਮਲਸ ਨੂੰ ਪਾਲਣਾ। ਇੱਦਾਂ ਕਿ ਹੁਣ ਆਪਾਂ ਨੋਨ ਪ੍ਰੋਡਕਟਿਵ ਗੱਲ ਕਰ ਰਹੇ, ਨੋਨ ਪ੍ਰੋਡਕਟਿਵ ਐਗਰੀਕਲਚਰ ਕਿਹੜੀ ਹੁੰਦੀ ਹੈ, ਹੁਣ ਜਿਵੇਂ ਕਿਸਾਨ ਨੇ ਉਹ ਕੀ ਕਰਨ ਕਿ ਫਸਲ ਤਾਂ ਉਗਾਉਣ ਨਾਲ ਨਾਲ ਉਹ ਦੂਸਰਾ ਕੰਮ ਵੀ ਕਰਨ। ਜਦੋਂ ਉਹਨਾਂ ਨੇ ਇੱਕ ਵਾਰੀ ਫਸਲ ਉਗਾਤੀ ਉਦੋਂ ਉਹਨਾਂ ਨੂੰ ਕੰਮ ਦੀ ਲੋੜ ਪੈਂਦੀ ਹੈ, ਉਦੋਂ ਉਹਨਾਂ ਨੂੰ ਵਰਕਰਸ ਦੀ ਲੋੜ ਪੈਂਦੀ ਹੈ, ਉਸ ਤੋਂ ਬਾਅਦ ਤਾਂ ਬੇਕਾਰ ਹੀ ਹੋ ਜਾਂਦੇ ਨੇ। ਤਾਂ ਉਹ ਆਪਣਾ ਹੁਣ ਐਕਸਟਰਾ ਟਾਈਮ ਐਨੀਮਲਸ ਪਸ਼ੂ ਪਾਲਣ ਨਾਲ ਐਗਰੀਕਲਚਰ ਤਾਂ ਕਰਨ ਨਹੀਂ ਕਰਨ, ਨੋਨ ਪ੍ਰੋਡਕਟਿਵ ਐਗਰੀਕਲਚਰ ਮਤਲਬ ਕਿ ਉਹ ਨਾਲ ਪਸ਼ੂ ਪਾਲਣ ਦਾ ਕੰਮ ਕਰਨ, ਪਸ਼ੂ ਪਾਲਣ ਉਹਨਾਂ ਨੂੰ ਵੇਚਣ ਦਾ ਕੰਮ ਕਰ ਲੈਣ, ਜਾਂ ਉਹ ਕੀ ਕਰਨ ਕਿ ਪਸ਼ੂ ਪਾਲਣ ਉਹਨਾਂ ਦਾ ਦੁੱਧ ਵੇਚ ਸਕਦੇ ਨੇ। ਜੇ ਕਿਸੇ ਟਾਈਮ ਫਿਊਚਰ ਦੇ ਵਿੱਚ ਉਹਨਾਂ ਦੀ ਫਸਲ ਖਰਾਬ ਹੋ ਜਾਂਦੀ ਹੈ ਤਾਂ ਉਹ ਐਨੀਮਲ ਹਸਬੈਂਡਰੀ ਤੋਂ ਕੀ ਇਨਕਮ ਜਨਰੇਟ ਕਰਕੇ ਆਪਣਾ ਆਈ ਚਲਾਈ ਕਰ ਸਕਦੇ ਆ, ਯਾਨੀ ਕਿ ਬਿਲਕੁਲ ਐ ਨਹੀਂ ਹੋ ਜਾਣਗੇ ਕਿ ਬੇਕਾਰ ਹੋ ਜਾਣਗੇ, ਜਿਹਨਾਂ ਕੋਲ ਇਨਕਮ ਦਾ ਸੋਰਸ ਨਹੀਂ ਹੈਗਾ, ਬਿਲਕੁਲ ਗਰੀਬ ਨਹੀਂ ਹੋਣਗੇ। ਠੀਕ ਹੈ, ਤਾਂ ਮੋਸਟ ਆਫ ਦਾ ਫਾਰਮਰ ਯੂਜ਼ ਮਿਕਸ ਕ੍ਰੋਪ ਲਾਈਵ ਸਟੋਕ ਸਿਸਟਮ ਟੂ ਇਨਕਰੀਜ਼ ਦਾ ਸਟੈਂਡਰਡ ਆਫ ਲਿਵਿੰਗ ਐਂਡ ਇਨਕਮ। ਜਾਂ ਉਹ ਕੀ ਕਰ ਸਕਦੇ ਨੇ ਕਿ ਮਿਕਸ ਕ੍ਰੋਪ ਲਗਾ ਲੈਣ, ਜਿਵੇਂ ਰੱਬੀ ਕ੍ਰੋਪਸ ਹੁੰਦੀਆਂ ਨੇ ਨਾ, ਉਹ ਆਪਣੀ ਐਗਰੀਕਲਚਰ ਦੇ ਦੋ ਪਾਰਟਸ ਕਰ ਲੈਣ। ਇੱਕ ਤਾਂ ਜਿਹੜੀ ਦੋ ਪਾਰਟਸ ਕਰ ਲੈਣ, ਯਾਨੀ ਕਿ 75% ਤਾਂ ਉਹੀ ਕ੍ਰੋਪ ਉਗਾਉਣ ਜਿਹੜੀ ਮੇਨ ਹੈ, ਜਿਵੇਂ ਗ੍ਰੇਨਸ ਉਗਾ ਲੈਣ। ਤਾਂ ਆਪਣੀ ਜਿਹੜੀ ਲੈਂਡ ਦੇ ਹੈ, ਜਿਵੇਂ ਕਿ ਲੈਂਡ ਦੇ ਪੂਰੇ ਟੁਕੜੇ ਤੋਂ ਸਿਰਫ ਗ੍ਰੇਨਸ ਹੀ ਨਾ ਪੈਦਾ ਕਰਨ, ਉਹਦੇ ਦੋ ਟੁਕੜੇ ਕਰ ਲੈਣ। 75% ਤਾਂ ਗ੍ਰੇਨ ਹੀ ਪੈਦਾ ਕਰਨ ਜਿਹੜੀ ਮੇਨ ਫਸਲ ਹੈ, 25% ਤੇ ਉਹ ਦੂਸਰੀ ਕੋਈ ਗ੍ਰੇਨ ਪੈਦਾ ਕਰ ਲੈਣ, ਜਾਂ ਉਸ ਲੈਂਡ ਨੂੰ ਕਿਸੇ ਹੋਰ ਕੰਮ ਦੇ ਲਈ ਕੀ ਹੈ ਯੂਜ਼ ਕਰ ਲੈਣ। ਠੀਕ ਹੈ, ਐਨੀਮਲ ਹਸਬੈਂਡਰੀ ਇਜ਼ ਐਨ ਐਗਰੀਕਲਚਰ ਬ੍ਰਾਂਚ ਦੈਟ ਡੀਲ ਵਿਦ ਦ ਪ੍ਰੈਕਟਿਸ ਆਫ ਫਾਰਮਿੰਗ, ਬਰੀਡਿੰਗ ਐਂਡ ਕੇਅਰ ਆਫ ਫਾਰਮ ਐਨੀਮਲਸ ਸੱਚ ਐਸ ਕੈਟਲਸ, ਡੋਗਸ, ਸ਼ੀਪ ਐਂਡ ਹਾਰਸ। ਦੂਸਰੇ ਟੁਕੜੇ 'ਤੇ ਕੀ ਹੈ ਕਿ ਆਪਣੀ ਫਾਰਮਿੰਗ ਬਰੀਡਿੰਗ ਕਰ ਲੈਣ, ਫਾਰਮਿੰਗ ਕਰਨ। ਠੀਕ ਹੈ, ਜਾਂ ਕੀ ਕਰਨ ਬਰੀਡਿੰਗ ਕਰਨ, ਕੋਈ ਆਪਾਂ ਮਧੂ ਮੱਖੀਆਂ ਵਗੈਰਾ ਇਸ ਤਰ੍ਹਾਂ ਦੇ ਕੁਛ ਪਾਲ ਲੈਂਦੇ ਹਾਂ, ਜਾਂ ਐਨੀਮਲਸ ਨੂੰ ਰੱਖ ਲੈਣ ਜਿਵੇਂ ਡੋਗ, ਸ਼ੀਪ, ਹਾਰਸਿਸ ਆ ਗਏ। ਅਤੇ ਇਹਦੇ ਨਾਲ ਕੀ ਆ ਉਹ ਕੀ ਹੈ ਕਿ ਮੀਡੀਅਮ ਫਾਰਮਰ ਲੇਬਰ ਐਂਡ ਲਾਰਜ ਨੰਬਰ ਵੂਮੈਨਸ ਆਰ ਡਿਪੈਂਡ ਇਨ ਦ ਲਾਈਫ ਸਟੋਕ ਸੈਕਟਰਸ। ਕਲੀਅਰ। ਹਾਂਜੀ, ਅੱਗੇ ਤੁਹਾਡਾ ਹੈਗਾ ਫਿਸ਼ਰੀ। ਇਸ ਤੋਂ ਇਲਾਵਾ ਕੀ ਕਰ ਸਕਦੇ ਆ, ਫਿਸ਼ਰੀ ਮਤਲਬ ਫਿਸ਼ ਨੂੰ ਪਾਲ ਸਕਦੇ ਨੇ, ਉਹ ਫਿਸ਼ਰ ਦਾ ਕੰਮ ਕਰ ਸਕਦੇ ਨੇ। ਐਗਰੀਕਲਚਰ ਦਾ ਕੰਮ ਤਾਂ ਕਰਨ ਨਹੀਂ ਕਰਨ, ਨਾਲ ਉਹ ਦੂਸਰਾ ਕੰਮ ਕੀ ਕਰ ਲੈਣ, ਫਿਸ਼ ਰੱਖਣ, ਜਾਂ ਆਪਾਂ ਆਕਟੋਪਸ ਕਰ ਜੋ ਨਹੀਂ ਇਕੱਲੀ ਫਿਸ਼ ਹੀ ਰੱਖਣੀ ਹੈ, ਆਕਟੋਪਸ ਰੱਖ ਸਕਦੇ ਨੇ, ਉਹ ਵੀ ਕੰਮ ਵਧੀਆ ਚੱਲਦਾ ਵੈ। ਉਹਨਾਂ ਨੂੰ ਪਾਲਣ ਅਤੇ ਲੋੜ ਪੈਣ 'ਤੇ ਉਹਨਾਂ ਨੂੰ ਕੀ ਹੈ ਵੇਚ ਦੇਣ। ਇਹਦੇ ਨਾਲ ਵੀ ਕੀ ਹੈ ਉਹਨਾਂ ਨੂੰ ਆਪਣੀ ਇਨਕਮ ਦਾ ਦੂਸਰਾ ਸੋਰਸਿਸ ਵੀ ਕੀ ਹੈ ਮਿਲ ਜਾਏਗਾ। ਠੀਕ ਹੈ, ਹੋਰਟੀਕਲਚਰ ਦੇ ਵਿੱਚ ਕੀ ਆ ਜਾਂਦਾ ਵੈ ਕਿ ਉਹ ਸਿਰਫ ਆਪਣੀ ਜਿਹੜੀ ਲੈਂਡ 'ਤੇ ਹੈ ਉਹ ਸਿਰਫ ਗ੍ਰੇਨਸ ਹੀ ਪੈਦਾ ਨਾ ਕਰਨ, ਵੀਟ, ਰਾਈਸ ਹੀ। ਇਸ ਤੋਂ ਇਲਾਵਾ ਹੋਰਟੀਕਲਚਰ ਦਾ ਮਤਲਬ ਕੀ ਆ ਜਾਊਗਾ, ਉਹ ਗਾਰਡਨ ਕ੍ਰੋਪ ਕਰ ਸਕਦੇ ਆ, ਜਿਵੇਂ ਕਿ ਵੈਜੀਟੇਬਲਸ ਵੀ ਪ੍ਰੋਡਿਊਸ ਕਰਨ, ਫਰੂਟਸ ਕਰਨ, ਫਲਾਰਸ, ਟੂਬਰਸ, ਕ੍ਰੋਪਸ, ਸਪਾਈਸਿਸ, ਇਸ ਤਰ੍ਹਾਂ ਦੀਆਂ ਫਸਲਾਂ ਵੀ ਕੀ ਆ ਨਾਲ ਪ੍ਰੋਡਿਊਸ ਕਰਨ, ਜਿਨ੍ਹਾਂ 'ਤੇ ਮਤਲਬ ਕਿ ਮੌਨਸੂਨ ਦਾ ਇਫੈਕਟ ਕੀ ਹੈ ਘੱਟ ਪੈਂਦਾ ਵੈ। ਐਂਡ ਓਰੀਐਂਟਲਸ ਔਰ ਮੈਡੀਕਲ ਪਲਾਂਟਸ ਐਂਡ ਮੈਡੀਕਲਸ ਜਿਹੜੇ ਹੈਗੇ ਨੇ ਪਲਾਂਟਸ ਉਹ ਵੀ ਕੀ ਆ ਪ੍ਰੋਡਿਊਸ ਕਰਨ। ਦੀਜ਼ ਪਲਾਂਟਸ ਪ੍ਰੋਵਾਈਡ ਫੂਡ, ਤਾਂ ਆਹ ਵਾਲੇ ਪਲਾਂਟਸ ਕੀ ਆਪ ਨੂੰ ਫੂਡ ਪ੍ਰੋਵਾਈਡ ਕਰਾਂਗੇ। ਐਂਡ ਨਿਊਟ੍ਰੀਐਂਟਸ, ਇਹਨਾਂ ਦੇ ਵਿੱਚ ਨਿਊਟ੍ਰੀਐਂਟ ਦੀ ਪਾਵਰ ਜ਼ਿਆਦਾ ਹੁੰਦੀ ਹੈ, ਅਤੇ ਇਹਦੇ ਨਾਲ ਕੀ ਹੈ ਸੋਇਲ ਦੀ ਆਪਾਂ ਫਰਟੀਲਾਈਜ਼ਰ ਨੂੰ ਕੀ ਵੀ ਹੈ ਉਹ ਵੀ ਕੀ ਹੈ ਇਨਕਰੀਜ਼ ਕਰ ਸਕਦੇ ਹਾਂ। ਠੀਕ ਹੈ, ਤਾਂ ਇਹਦੇ ਨਾਲ ਕੀ ਹੋਏਗਾ ਹੋਰੀਕਲਚਰ ਸੈਕਟਰਸ ਆਪਣਾ ਜਿਹੜੀ GDP ਨੂੰ ਕਿੰਨੇ % ਇਨਕਰੀਜ਼ ਕਰ ਸਕਦਾ ਵੈ, 6% ਇਹਦਾ ਕੰਟਰੀਬਿਊਟ ਹੋਏਗਾ। ਐਂਡ 1/3 ਆਫ ਐਗਰੀਕਲਚਰ ਆਊਟਪੁੱਟ, ਅਤੇ ਐਗਰੀਕਲਚਰ ਆਊਟਪੁੱਟ ਕਿੰਨਾ ਆਪ ਨੂੰ ਮਿਲੇਗਾ 1/3 ਮਿਲੇਗਾ। ਅੱਗੇ ਮੀਨਿੰਗ ਐਂਡ ਰੀਜ਼ਨ ਫॉर ਡਿਵਰਸੀਫਿਕੇਸ਼ਨ, ਕੀ ਮੀਨਿੰਗ ਹੈ ਅਤੇ ਕਿਉਂ ਜ਼ਰੂਰਤ ਪਈ ਆਪ ਨੂੰ ਡਿਵਰਸੀਫਿਕੇਸ਼ਨ ਦੀ। ਮੀਨਿੰਗ ਦੇ ਵਿੱਚ ਕੀ ਆ ਜਾਏਗਾ, ਜਿਵੇਂ ਹੁਣ ਤੁਹਾਡਾ ਆ ਗਿਆ ਇਟ ਮੀਨਸ ਰਿਡਿਊਸਿੰਗ ਦਾ ਸ਼ੇਅਰ ਆਫ ਲੇਬਰ ਫੋਰਸ ਇਨ ਐਗਰੀਕਲਚਰ ਸੈਕਟਰਸ। ਇਹਦੇ ਨਾਲ ਕੀ ਹੋਏਗੀ ਐਗਰੀਕਲਚਰ ਸੈਕਟਰਸ ਦੇ ਵਿੱਚ ਜਿਹੜਾ ਲੇਬਰ ਦਾ ਫੋਰਸ ਬਹੁਤ ਜ਼ਿਆਦਾ ਹੈ ਉਹ ਰਿਡਿਊਸ ਹੋ ਜਾਏਗਾ। ਐਂਡ ਜਿਹੜੇ ਹੈਗੇ ਉਹ ਨੋਨ ਫਾਰਮਰ ਐਕਟੀਵਿਟੀ ਦੇ ਵਿੱਚ ਵੀ ਉਹਨਾਂ ਨੂੰ ਕੀ ਹੈ ਕੰਮ ਮਿਲੇਗਾ। ਹੁਣ ਜੇ ਆਪਾਂ ਕਿਤੇ ਹੋਰ ਕੋਈ ਐਕਟੀਵਿਟੀ ਨਹੀਂ ਕਰਾਂਗੇ ਤਾਂ ਸਾਰੇ ਕਿਹਦੇ 'ਤੇ ਡਿਪੈਂਡ ਹੋਣਗੇ, ਐਗਰੀਕਲਚਰ 'ਤੇ ਡਿਪੈਂਡ ਹੋਣਗੇ, ਅਤੇ ਐਗਰੀਕਲਚਰ 'ਤੇ ਜਿਹੜਾ ਲੇਬਰ ਦਾ ਜਿਹੜਾ ਫੋਰਸ ਹੈ, ਲੇਬਰ ਦੀ ਡਿਮਾਂਡ ਹੈ ਉਹ ਕੀ ਹੈ ਇਨਕਰੀਜ਼ ਹੋ ਜਾਏਗੀ। ਲੇਕਿਨ ਜੇ ਆਪਾਂ ਦੂਸਰੀ ਐਕਟੀਵਿਟੀਜ਼ ਵੀ ਕਰਾਂਗੇ ਤਾਂ ਆਪਣੇ ਜਿਹੜੇ ਵਰਕਰਸ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਕੀ ਹੋ ਜਾਣਗੇ ਸ਼ਿਫਟ ਹੋ ਜਾਣਗੇ। ਠੀਕ ਹੈ, ਇਹਦੇ ਰੀਜ਼ਨ ਕੀ ਹੈ ਟੂ ਰਿਡਿਊਸ ਰਿਸਕ ਆਫ ਅਰਨਿੰਗ ਫਰੋਮ ਐਗਰੀਕਲਚਰ ਸੈਕਟਰਸ। ਜੇ ਆਪਾਂ ਇਕੱਲੇ ਐਗਰੀਕਲਚਰ ਸੈਕਟਰਸ 'ਤੇ ਡਿਪੈਂਡ ਰਵਾਂਗੇ ਤਾਂ ਉਹਦੇ ਨਾਲ ਕੀ ਹੈ ਰਿਸਕ ਜ਼ਿਆਦਾ ਹੋਏਗਾ। ਰਿਸਕ ਜ਼ਿਆਦਾ ਕੀ ਹੋਏਗਾ, ਕਿਸੇ ਟਾਈਮ ਜੇ ਫਸਲ ਖਰਾਬ ਹੋ ਜਾਂਦੀ ਹੈ ਤਾਂ ਉਹਦੇ ਨਾਲ ਕੀ ਹੈ ਕਿਸਾਨਾਂ ਦੀ ਇਨਕਮ ਦਾ ਸੋਰਸਿਸ ਤਾਂ ਬਿਲਕੁਲ ਖਤਮ ਹੋ ਜਾਏਗਾ। ਲੇਕਿਨ ਜੇ ਆਪਾਂ ਡਿਵਰਸੀਫਿਕੇਸ਼ਨ ਕਰਾਂਗੇ, ਆਪਾਂ ਹੋਰ ਐਕਟੀਵਿਟੀਜ਼ ਵੀ ਕਰਾਂਗੇ ਨਾਲ ਤਾਂ ਉਹਦੇ ਨਾਲ ਕੀ ਹੋਏਗਾ ਆਪਣਾ ਕੀ ਹੋਏਗਾ ਕਿ ਰਿਸਕ ਕਵਰ ਹੋ ਜਾਏਗਾ ਅਤੇ ਆਪ ਨੂੰ ਇਨਕਮ ਕਿਤੋਂ ਹੋਰ ਵੀ ਜਨਰੇਟ ਹੋਣੀ ਕੀ ਹੈ ਸ਼ੁਰੂ ਹੋ ਜਾਏਗੀ।
ਟੂ ਗਿਵ ਵਾਈਡਰ ਚੋਇਸ। ਤਾਂ ਇਹਦੇ ਨਾਲ ਕੀ ਹੈ, ਆਪਾਂ ਨੂੰ ਕੀ ਹੈ, ਹੋਰ ਵੀ ਜ਼ਿਆਦਾ ਵਾਈਡਰ ਚੋਇਸ ਮਿਲਦਾ ਹੈ। ਹੁਣ ਆਪਾਂ ਐਗਰੀਕਲਚਰ ਤੇ ਜਿਹੜੇ ਦੀ ਡਿਮਾਂਡ ਤੋਂ ਇਲਾਵਾ ਕੰਜ਼ੂਮਰ ਹੋਰ ਵੀ ਚੀਜ਼ਾਂ ਦੀ ਕੀ ਹੈ ਡਿਮਾਂਡ ਕਰਨੀ ਕੀ ਹੈ ਸ਼ੁਰੂ ਕਰ ਦੇਗਾ। ਅੱਗੇ ਟਾਈਪਸ ਆਫ ਡਿਵਰਸੀਫਿਕੇਸ਼ਨ। ਡਿਵਰਸੀਫਿਕੇਸ਼ਨ ਦੇ ਟਾਈਪਸ ਕਿਹੜੀਆਂ ਹੁੰਦੀਆਂ ਨੇ? ਡਿਵਰਸੀਫਿਕੇਸ਼ਨ ਆਫ diversification of crop production, it involves shift from single cropping system to multi cropping system। diversification ਦੇ ਨਾਲ ਕੀ ਹੋਏਗਾ ਕਿ ਆਪਾਂ crop production ਦੇ ਵਿੱਚ ਕੀ ਹੈ ਮਲਟੀਪਲ ਕ੍ਰੋਪਿੰਗ ਕਰ ਸਕਦੇ ਹਾਂ। ਹੁਣ ਆਪਣੀ ਕੀ ਹੈ ਖੇਤ ਦੇ ਵਿੱਚ ਆਪਾਂ ਜੇ ਕ੍ਰੋਪਿੰਗ ਕਰ ਰਹੇ ਤਾਂ ਆਪਾਂ ਨੂੰ ਸਿਰਫ ਇੱਕ ਹੀ ਤਰ੍ਹਾਂ ਦੀ ਕ੍ਰੋਪ ਪ੍ਰੋਡਿਊਸ ਨਾ ਕਰਕੇ ਮਲਟੀਪਲ ਕ੍ਰੋਪਿੰਗ ਸਿਸਟਮ ਲੈ ਕੇ ਆਉਣਾ ਚਾਹੀਦਾ ਹੈ। ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਕਿਹਾ ਸੀਗਾ ਕਿ ਆਪਣੀ ਲੈਂਡ ਦੇ 2 ਹਿੱਸੇ ਕਰ ਲਓ, 75 ਤੇ ਮੀਨ ਗ੍ਰੀਨ ਕਰੋ ਆਪਾਂ ਕੀ ਹੈ ਪ੍ਰੋਡਿਊਸ ਕਰਾਂਗੇ ਤੇ 25 ਤੇ ਆਪਾਂ ਕੀ ਹੈ ਨਾਲ ਕੋਈ ਦੂਸਰੀ ਕ੍ਰੋਪ ਕੀ ਹੈ ਉਹ ਪ੍ਰੋਡਿਊਸ ਕਰੋ। ਠੀਕ ਹੈ। दूसरा डिवर्सिफिकेशन ऑफ प्रोडक्टिव एक्टिविटीज़। प्रोडक्टिव एक्टिविटीज़ मतलब इहदे विच की होगा इट इनवॉल्व शिफ्ट ऑफ वर्क फोर्स, जिहड़े अपने लैंड के जिहड़े अपनी एग्रीकल्चर जिहड़े वर्कर्स लगे हुए हैं उन्हां नूं की है एग्रीकल्चर सैक्टर तो प्रोडक्टिव एक्टिविटीज़ दे विच की है शिफ्ट कर दो, यानी कि नॉन एग्रीकल्चर सैक्टर्स दे विच उन्हां नूं की है शिफ्ट कर दो। जिवें तुहानूं पहले ही दस्सिया सी मैं, फिशरी हो गया, ठीक है, एनीमल हसबेंडरी हो गया, हॉर्टिकल्चर विच आ गया, उन्हां दे विच भी कि उन्हां नूं की है शिफ्ट कर दो। ठीक है। अगे टाइप्स ऑफ नॉन फार्म इंप्लायमेंट इन रूरल एरिया। ਇਹਦੇ ਵਿੱਚ ਕੀ ਆ ਜਾਊਗਾ, ਇਹ ਆਪਾਂ ਸਾਰੇ ਕਲੀਅਰ ਕਰ ਲਏ ਸੀ, ਦੁਬਾਰਾ ਫਿਰ ਕਰੀ ਦੱਸ ਦਿੰਦੀ ਹਾਂ। ਜਿਵੇਂ ਐਨੀਮਲ ਹਸਬੈਂਡਰੀ, ਇਟ ਮੀਨ ਬਰੀਡਿੰਗ ਕਰਨੀ, ਰੇਅਰਿੰਗ ਕਰਨੀ ਐਂਡ ਕੇਅਰਿੰਗ ਆਫ ਫਾਰਮਰ ਐਨੀਮਲਸ। ਠੀਕ ਹੈ। ਰੇਅਰਿੰਗ ਦਾ ਮਤਲਬ ਕੀ ਹੁੰਦਾ ਕਿ ਆਪਾਂ ਕੀ ਹੁੰਦਾ ਕਈ ਐਨੀਮਲਸ ਨੂੰ ਇਸ ਲਈ ਵੀ ਪਾਲਦੇ ਨੇ, ਫਿਰ ਕੀ ਹੁੰਦਾ ਨੂੰ ਐਨੀਮਲਸ ਨੂੰ ਪਾਲਣ ਤੋਂ ਬਾਅਦ ਫਿਰ ਤਾਂ ਜੋ ਉਹ ਹੋਰ ਜ਼ਿਆਦਾ ਕਿ ਬੇਬੀ ਬੋਰਨ ਕਰ ਸਕਣ ਅਤੇ ਬਾਅਦ ਵਿੱਚ ਆਪਾਂ ਉਹਨਾਂ ਨੂੰ ਬੇਬੀਜ਼ ਨੂੰ ਕੀ ਹੈ ਵੇਚ ਦੇਣਾ। ਠੀਕ ਹੈ। ਅਤੇ ਇਹਨਾਂ ਨੂੰ ਆਲਸੋ ਕਾਲਡ ਲਾਈਵ ਸਟੌਕ ਫਾਰਮਿੰਗ। ਮੀਟ, ਕਈ ਐਨੀਮਲਸ ਨੂੰ ਕਿਉਂ ਪਾਲਦੇ ਨੇ ਕਿ ਮੀਟ ਵਾਸਤੇ, ਐਗ ਵਾਸਤੇ, ਵੂਲ ਐਂਡ ਅਦਰ ਮੈਨੀ ਬਾਈ ਪ੍ਰੋਡਕਟ ਆਰ ਸੋਰਸਿਸ ਆਫ ਇਨਕਮ ਫਰੋਮ ਫਾਰਮਰਸ। ਕਈ ਐਨੀਮਲਸ ਨੂੰ ਕਹਿੰਦੇ ਨੇ ਕਿ ਉਹਨਾਂ ਨੂੰ ਐਨੀਮਲਸ ਦਾ ਮੀਟ ਵੇਚਦੇ ਨੇ, ਕਈ ਐਗਸ ਵਾਸਤੇ ਉਹਨਾਂ ਨੂੰ ਪਾਲਦੇ ਨੇ, ਕਈ ਸ਼ੀਪ ਦੀ ਵੂਲ ਵਾਸਤੇ ਉਹਨਾਂ ਨੂੰ ਪਾਲਦੇ ਨੇ। ਠੀਕ ਹੈ। ਤਾਂ ਪ੍ਰੋਵਾਈਡ ਲਾਈਵਲੀਹੁਡਸ ਟੂ ਓਵਰ 70 ਮਿਲੀਅਨ ਸਮੋਲ ਐਂਡ ਮਾਰਜਨਲ ਫਾਰਮਰਸ। ਮੇਜਰ ਸੋਰਸਿਸ ਵੂਮੈਨ ਇੰਪਲਾਇਮੈਂਟ, ਤਾਂ ਇਹਨਾਂ ਦਾ ਕੀ ਇਹਨਾਂ ਦਾ ਮੇਜਰ ਸੋਰਸ ਕਿ ਵੂਮੈਨਸ ਨੂੰ ਵੀ ਕੰਮ ਮਿਲੇਗਾ। ਇਟ ਪ੍ਰੋਵਾਈਡ ਇੰਕਰੀਜ਼ ਸਟੈਬਿਲਿਟੀ ਇਨਕਮ, ਇਹਦੇ ਨਾਲ ਆਪਣੀ ਇਨਕਮ ਦੇ ਵਿੱਚ ਕਿ ਇੱਕ ਤਰ੍ਹਾਂ ਦੀ ਸਟੈਬਿਲਿਟੀ ਬਣ ਜਾਏਗੀ, ਫੂਡ ਸਿਕਿਉਰਿਟੀ ਹੋ ਜਾਏਗਾ, ਟਰਾਂਸਪੋਰਟ ਸੈਕਟਰ ਹੋਏਗਾ। ਠੀਕ ਹੈ। ਹੁਣ ਆਪਾਂ ਐਗਰੀਕਲਚਰ ਦੇ ਡਿਪੈਂਡ ਰਹਿ ਕੇ ਜੇ ਆਪਾਂ ਅਦਰ ਐਕਟੀਵਿਟੀਜ਼ ਦੇ ਵਿੱਚ ਵੀ ਆਪਣਾ ਕੰਮ ਲਗਾਉਂਦੇ ਹਾਂ ਤਾਂ ਇਹਦੇ ਨਾਲ ਕੀ ਹੋਏਗਾ ਕਿ ਆਪਣੀ ਜਿਹੜੀ ਇਨਕਮ ਕੀ ਹੈ ਸਟੇਬਲ ਹੋ ਜਾਏਗੀ। ਡੇਅਰਿੰਗ ਵਾਲਾ, ਡੇਅਰਿੰਗ ਤੱਕ ਮਤਲਬ ਕੀ ਹੁੰਦਾ ਵੈ ਕਿ ਇਟ ਇਜ਼ ਦਾ ਬਿਜ਼ਨਸ ਆਫ ਪ੍ਰੋਡਿਊਸਿੰਗ, ਸਟੋਰਿੰਗ ਐਂਡ ਡਿਸਟਰੀਬਿਊਟ ਮਿਲਕ ਐਂਡ ਇਟ ਪ੍ਰੋਡਕਟ। ਡੇਅਰਿੰਗ ਦਾ ਫਾਰਮ ਮਤਲਬ ਕਿ ਪਸ਼ੂਆਂ ਨੂੰ ਪਾਲਣਾ ਕਿ ਤਾਂ ਜੋ ਉਹਨਾਂ ਦੇ ਦੁੱਧ ਨੂੰ ਆਪਾਂ ਕੀ ਵੇਚ ਸਕੀਏ। ਇਹਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਡੇਅਰੀ ਵਗੈਰਾ ਫਾਰਮ ਖੁੱਲ੍ਹੇ ਹੁੰਦੇ ਨੇ, ਉਹ ਕੀ ਜਾਂਦੇ ਨੇ ਜਿਨ੍ਹਾਂ ਨੇ ਪਸ਼ੂ ਪਾਲੇ ਹੁੰਦੇ ਨੇ ਉਹਨਾਂ ਤੋਂ ਸਾਰਾ ਮਿਲਕ ਇੱਕ ਟੈਂਕ ਦੇ ਵਿੱਚ ਇਕੱਠਾ ਕਰ ਲਿਆਉਂਦੇ ਨੇ। ਉਹਨਾਂ ਦੇ ਕੋਲ ਇੱਕ ਇਸ ਤਰ੍ਹਾਂ ਦਾ ਸਿਸਟਮ ਹੁੰਦਾ ਕਿ ਉਹ ਮਿਲਕ ਦਾ ਜਿਹੜਾ ਢੋਲ ਹੁੰਦਾ ਉਹਦੇ ਵਿੱਚ ਇੱਕ ਕੱਪ ਮਿਲਕ ਲੈਂਦੇ ਨੇ, ਉਹਦਾ ਟੈਸਟ ਕਰਦੇ ਨੇ, ਜਿੱਥੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਦੁੱਧ ਦੇ ਵਿੱਚ ਕਿੰਨਾ ਪਾਣੀ ਮਿਲਾਇਆ ਹੋਇਆ ਵੈ ਅਤੇ ਉਹਦੇ ਅਕੋਰਡਿੰਗ ਉਹਦੀ ਪ੍ਰਾਈਸ ਨੂੰ ਕੀ ਹੈ ਫਿਕਸ ਕਰ ਦਿੰਦੇ ਨੇ। ਇਸ ਤਰ੍ਹਾਂ ਕੀ ਹੈ ਕਿ ਇਹਦੇ ਵਿੱਚ ਪਾਣੀ ਫਿਰ ਮਿਲਾਵਟ ਆਪਾਂ ਨਹੀਂ ਕਰਦੇ ਗੇ। ਠੀਕ ਹੈ। ਇਟ ਇਨਕਲੂਡ ਬਰੀਡਿੰਗ ਐਂਡ ਰੇਜ਼ਿੰਗ ਆਫ ਡੇਅਰੀ ਐਨੀਮਲਸ ਲਾਈਕ ਗੋਟ, ਬਫੈਲੋ, ਸ਼ੀਪ ਇਸੈਕਟਰਾ ਫॉर ਪ੍ਰੋਡਕਸ਼ਨ ਆਫ ਮਿਲਕ। ਜਿਹਨਾਂ ਨੇ ਡੇਅਰੀ ਫਾਰਮ ਦਾ ਕੰਮ ਕਰਨਾ ਹੁੰਦਾ ਉਹ ਕਿਸ ਤਰ੍ਹਾਂ ਦੇ ਐਨੀਮਲਸ ਨੂੰ ਪਾਲਦੇ ਨੇ, ਜਿਵੇਂ ਬਫੈਲੋ, ਸ਼ੀਪ, ਗੋਟ ਇਸੈਕਟਰਾ। ਠੀਕ ਹੈ। ਅੱਗੇ ਆ ਗਿਆ ਫਿਸ਼ਰੀ। ਇਟ ਇਨਵੋਲਵ ਕੈਚਿੰਗ ਐਂਡ ਸੈਲਿੰਗ ਆਫ ਫਿਸ਼। ਇਹ ਫਿਸ਼ ਨੂੰ ਪਕੜਦੇ ਨੇ ਅਤੇ ਉਹਨਾਂ ਨੂੰ ਕੀ ਹੈ ਵੇਚਦੇ ਨੇ। ਇਟ ਹੈਜ਼ ਅਮਰਜਡ ਐਜ਼ ਇੰਪੋਰਟੈਂਟ ਸੋਰਸਿਸ ਆਫ ਲਾਈਵਲੀਹੁਡ ਇਨ ਦਾ ਸਟੇਟ ਆਫ ਕੇਰਲਾ, ਮਹਾਰਾਸ਼ਟਰ, ਗੁਜਰਾਤ ਐਂਡ ਤਾਮਿਲਨਾਡੂ। ਇਹਨਾਂ ਦੇਸ਼ਾਂ ਦੇ ਵਿੱਚ ਕੀ ਹੈ ਸਟੇਟਸ ਦੇ ਵਿੱਚ ਕੀ ਹੈ ਇਹ ਕੰਮ ਜ਼ਿਆਦਾ ਚੱਲਦਾ ਵੈ। ਅਤੇ ਅਰਾਊਂਡ 60% ਆਫ ਵਰਕ ਫੋਰਸ ਇਨ ਐਕਸਪੋਰਟ ਐਂਡ 40% ਇਨ ਇੰਟਰਨਲ ਮਾਰਕੀਟਿੰਗ ਆਰ ਵੂਮੈਨ। ਇਹਦੇ ਵਿੱਚ ਕੀ ਆ ਜਾਊਗਾ ਕਿ 60% ਵਰਕ ਫੋਰਸ ਕੀ ਐਕਸਪੋਰਟ ਕੀਤਾ ਜਾਂਦਾ ਅਤੇ 40% ਕੀ ਆਪਣਾ ਇੰਟਰਨਲ ਮਾਰਕੀਟ ਦੇ ਵਿੱਚ ਹੁੰਦਾ ਵੈ। ਅਤੇ ਇਹਦਾ GDP ਦੇ ਵਿੱਚ ਕੰਟਰੀਬਿਊਟ ਕਿੰਨਾ ਵੈ 1.4%। ਹੌਰਟੀਕਲਚਰ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ, ਇਹਦੇ ਅੰਦਰ ਕੀ ਆ ਜਾਊਗਾ ਫਰੂਟ, ਵੈਜੀਟੇਬਲ ਐਂਡ ਫਲਾਵਰਸ ਆ ਜਾਣਗੇ ਅਤੇ ਇਹਦੇ ਵਿੱਚ ਫਰੂਟਸ ਕਿਹੜੇ ਆ ਜਾਣਗੇ ਲਾਈਕ ਮੈਂਗੋ ਐਂਡ ਬਨਾਨਾ। ਅਤੇ ਇੰਪਲਾਇਮੈਂਟ ਦੱਸਿਆ ਹੋਇਆ ਕਿੰਨਾ ਵੈ। ਠੀਕ ਹੈ। ਇਸ ਤੋਂ ਬਾਅਦ ਬਿਲਕੁਲ ਐਂਡ ਵਾਲਾ ਟੌਪਿਕ ਗੋਲਡਨ ਰਿਵੈਲੂਏਸ਼ਨ। ਇਟ ਵਾਜ਼ ਇੰਪਲੀਮੈਂਟ ਇਨ ਇਟ ਇਜ਼ ਦਾ ਪੀਰੀਅਡ ਆਫ ਦੱਸਿਆ ਹੋਇਆ ਇੰਨਾ। ਮੇਨ ਫੋਕਸ ਕੀ ਹੈ ਹੌਰਟੀਕਲਚਰ 'ਤੇ ਕੀਤਾ ਗਿਆ ਵੈ। ਸਸਟੇਨੇਬਲ ਲਾਈਵਲੀਹੁਡ ਆਪਸ਼ਨ ਫॉर ਮੈਨੀ ਫੈਮਲੀਜ਼। ਅਤੇ ਇੰਡੀਆ ਸਟੈਂਡ ਫਸਟ ਪੋਜੀਸ਼ਨ ਇਨ ਪ੍ਰੋਡਿਊਸਿੰਗ ਮੈਂਗੋ, ਬਨਾਨਾ, ਕੋਕੋਨਟ, ਕੈਸ਼ੂਨਟ ਐਕਸੈਟਰਾ। ਠੀਕ ਹੈ। ਅਤੇ 11th ਪੋਜੀਸ਼ਨ ਇਨ ਦਾ ਵਰਲਡ ਰੈਂਕਿੰਗ ਇਨ ਪ੍ਰੋਡਿਊਸਿੰਗ ਫਰੂਟ ਐਂਡ ਵੈਜੀਟੇਬਲ। ਇਹ ਸੀ ਤੁਹਾਡਾ ਟੌਪਿਕ ਆਪਾਂ ਕੀਤਾ ਸੀ ਅੱਜ ਐਗਰੀਕਲਚਰ ਡਿਵਰਸੀਫਿਕੇਸ਼ਨ। ਸਮਝ ਗਏ ਹੋਗੇ ਨਾ ਐਗਰੀਕਲਚਰ ਡਿਵਰਸੀਫਿਕੇਸ਼ਨ ਦਾ ਮਤਲਬ ਕੀ ਹੁੰਦਾ ਹੈ, ਕਿਉਂਕਿ ਆਪਾਂ ਸਿਰਫ ਲੈਂਡ 'ਤੇ ਹੀ ਐਗਰੀਕਲਚਰ 'ਤੇ ਹੀ ਡਿਪੈਂਡ ਨਹੀਂ ਕਰ ਸਕਦੇਗੇ। ਆਪਾਂ ਨੂੰ ਜ਼ਰੂਰਤ ਪਊਗੀ ਹੁਣ ਆਪਾਂ ਐਗਰੀਕਲਚਰ ਨੂੰ ਡਿਵਰਸੀਫਿਕੇਟ ਕਰ ਦਈਏ, ਯਾਨੀ ਕਿ ਐਗਰੀਕਲਚਰ ਨੂੰ ਅਸੀਂ 2 ਪਾਰਟਸ ਦੇ ਵਿੱਚ ਕੀ ਹੈ ਡਿਵਾਈਡ ਕਰ ਦਈਏ। ਇੱਕ ਨਾਲ ਕੀ ਹੋ ਗਿਆ ਫਾਰਮਿੰਗ ਐਗਰੀਕਲਚਰ ਫਾਰਮਿੰਗ ਹੋਏਗੀ, ਦੂਜੇ 'ਤੇ ਕੀ ਹੋਏਗੀ ਨੋਨ ਫਾਰਮਿੰਗ ਐਗਰੀਕਲਚਰ। ਕਲੀਅਰ। ਆਈ ਹੋਪ ਸਭ ਨੂੰ ਸਮਝ ਆ ਗਿਆ ਹੋਏਗਾ। ਬੁੱਕ 'ਤੇ ਤੁਹਾਡੇ ਮੈंने ਦੇਖਿਆ ਹੋਇਆ ਸਾਰੇ ਬੁੱਕਸ ਮੈਂ ਦੇਖ ਲਿਆ, ਇੰਨਾ ਅੱਛਾ ਟੌਪਿਕ ਨਹੀਂ ਹੈਗਾ। ਇਹ ਟੌਪਿਕ ਤੁਸੀਂ ਸਭ ਨੇ ਹੁਣ ਕੀ ਹੈ ਨੋਟ ਕਰ ਲੈਣਾ ਕਾਪੀਜ਼ 'ਤੇ।
ठीक है। एक मैं ਤੁਹਾਨੂੰ ਜਿਹੜਾ ਕੱਲ ਟੌਪਿਕ ਕਰਵਾਇਆ ਸੀ ਨਾ, ਕੱਲ ਕਰਵਾਇਆ ਸੀਗਾ ਆਰਗੈਨਿਕ ਫਾਰਮਿੰਗ, ਉਹ ਵੀ ਤੁਹਾਡੀ ਬੁੱਕ ਤੇ ਬਹੁਤ ਅੱਛਾ ਟੌਪਿਕ ਨਹੀਂ ਹੈਗਾ, ਉਸ ਮੈਨੇ ਜਿਹੜਾ ਤੁਹਾਨੂੰ ਭੇਜਿਆ ਵਾ ਬਹੁਤ ਅੱਛਾ ਟੌਪਿਕ ਆ ਉਸ ਤੇ ਇਸ ਤੇ ਆਹ ਵਾਲੇ ਡਿਵਰਸੀਫਿਕੇਸ਼ਨ ਦੇ ਤੇ ਤੁਸੀਂ ਕੀ ਹੈ ਆਰਗੈਨਿਕ ਫਾਰਮਿੰਗ ਦੋਵਾਂ ਦੇ ਨੋਟਸ ਪ੍ਰੋਪਰ ਤਿਆਰ ਕਰਨੇ ਆ, ਕਿਉਂਕਿ ਜਿਹੜੇ ਤੁਹਾਡੇ ਪ੍ਰੋਜੈਕਟ ਆਉਣਗੇ ਨਾ, ਤੁਹਾਨੂੰ ਪ੍ਰੋਜੈਕਟ ਆਉਣਾ ਵਾ ਤੁਹਾਨੂੰ +2 ਦੇ ਵਿੱਚ 10th ਮਾਰਕਸ ਦਾ, ਉਹ ਮੈਂ ਇਹਨਾਂ ਟੌਪਿਕਸ ਦੇ ਵਿੱਚੋਂ ਹੀ ਤਿਆਰ ਕਰਾਂਗੇ ਆਪਾਂ, ਠੀਕ ਹੈ, ਕਿਉਂਕਿ ਬਹੁਤ ਅੱਛਾ ਮਟੀਰੀਅਲ ਹੈ ਇਹ। ਇਸ ਤੋਂ ਬਾਅਦ ਤੁਹਾਨੂੰ 2 ਕੁਐਸਚਨ ਭੇਜਦੇ ਆ, ਇਹ 2 ਕੁਐਸਚਨ ਸਭ ਨੇ ਸੋਲਵ ਕਰਕੇ ਮੈਨੂੰ ਇਹਨਾਂ ਦੇ ਆਨਸਰ ਭੇਜਣੇ ਆ, ਪਰਸਨਲੀ ਮੈਨੂੰ ਸੈਂਡ ਕਰਨੇ ਆ। ਵਾਈ ਇਜ਼ ਐਗਰੀਕਲਚਰ ਡਿਵਰਸੀਫਿਕੇਸ਼ਨ essential for sustainable livelihood? Second question, why do people seek employment in the non farm sectors? ਇਹਨਾਂ ਦੋਵਾਂ ਕੁਐਸਚਨਸ ਦੇ ਆਨਸਰ ਮੈਨੂੰ ਸ਼ਾਰਟ ਕੁਐਸਚਨ ਹੀ ਹੈ ਇਹ, ਜੇ ਤੁਸੀਂ 20 ਤੋਂ 30 ਵਰਡਸ ਦੇ ਵਿੱਚ ਮੈਨੂੰ ਲਿਖ ਕੇ ਸੈਂਡ ਕਰਨੇ ਆ। ਜੇ ਕੋਈ ਡਾਊਟ ਹੋਇਆ ਤਾਂ ਤੁਸੀਂ ਮੈਨੂੰ ਪਰਸਨਲੀ ਮੈਸੇਜ ਕਰਕੇ ਕੀ ਹੈ ਪੁੱਛ ਸਕਦੇ ਹੋ।